ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਗੁਰਚੇਤ ਸਿੰਘ ਔਲਖ। ਦੋਸਤੋ, ਅੱਜ ਇਸ ਸਮੇਂ ਦੇ ਵਿੱਚ ਯੂਕੇ ਤੇ ਯੂਐਸਏ ਟ੍ਰੈਂਡ ਬਣਿਆ ਹੋਇਆ ਸਟੂਡੈਂਟ ਲਈ ਕਿ ਅਸੀਂ ਯੂਕੇ ਅਪਲਾਈ ਕਰਨਾ, ਅਸੀਂ ਯੂਐਸਏ ਅਪਲਾਈ ਕਰਨਾ ਔਰ ਕਿਵੇਂ ਕਰ ਸਕਦੇ ਨੇ। तमाम ਗੱਲਾਂ ਬਾਤਾਂ ਨੇ। ਜੇ ਗੱਲ ਕਰੀਏ, ਅੱਜ ਅਸੀਂ ਬੈਠੇ ਹਾਂ ਰਾਇਲ ਟਰੈਵਲਸ ਵਾਲਿਆਂ ਦੇ ਨਾਲ ਔਰ ਬੀਤੇ 21-22 ਸਾਲ ਤੋਂ 1999 ਦੇ ਉਹ ਇਸ ਇੰਡਸਟਰੀ ਦੇ ਵਿੱਚ ਜੁੜੇ ਨੇ। ਕੱਲੀ ਗੱਲ ਉਹਨਾਂ ਦੇ ਨਾਲ ਆਪਾਂ ਤਹਿ ਤੱਕ ਜਾਣਾਂਗੇ ਕਿਉਂਕਿ ਬੜੇ ਸਵਾਲ ਨੇ ਔਰ ਬੜੀਆਂ ਉਲਝਣਾਂ ਨੇ ਜਿਹਨੂੰ ਲੈ ਕੇ ਹਮੇਸ਼ਾ ਨੈਗੇਟਿਵ ਪੋਜ਼ਿਟਿਵ ਚੀਜ਼ਾਂ ਆਪਾਂ ਸੋਚਦੇ ਰਹਿੰਦੇ ਮਾਈਂਡ ਦੇ ਵਿੱਚ ਕਿ ਜੇ ਯੂਕੇ ਚਲੇ ਗਏ ਅਸੀਂ ਸਾਨੂੰ ਪੀਆਰ ਨਹੀਂ ਮਿਲੂਗੀ, ਜੇ ਅਸੀਂ ਯੂਕੇ ਤਾਂ ਅਪਲਾਈ ਕੀਤਾ ਸਾਡੀ ਫੈਮਿਲੀ ਨਾਲ ਜਾਊਗੀ ਕਿ ਨਹੀਂ ਜਾਊਗੀ, ਉੱਥੇ ਜਾ ਕੇ ਅਸੀਂ ਕੰਮ ਕਰਾਂਗੇ ਜਾਂ ਨਹੀਂ, ਕਿਉਂਕਿ ਮੇਨ ਜਿਹੜੇ ਸਵਾਲ ਹੁੰਦੇ ਨੇ। ਸੋ ਉਹ ਪਿਛਲੇ 21-22 ਸਾਲਾਂ ਦਾ ਉਹਨਾਂ ਦਾ ਤਜਰਬਾ ਹੈ ਔਰ ਜਿਹੜੇ ਬੰਦੇ ਕੋਲ ਤਜਰਬਾ ਕੋਲ ਹੋਵੇ, ਮੈਂ ਕਹਿੰਦਾ ਵੀ ਬੰਦਾ ਵਾਕਿਆ ਹੀ ਉਹਦੀ ਦੱਸੀ ਗੱਲ ਤੋਂ ਕਿਤੇ ਵੀ ਬੰਦਾ ਠੋਕਰ ਨਹੀਂ ਖਾ ਸਕਦਾ। ਸੋ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਸਾਡੇ ਨਾਲ ਅੱਜ ਰਾਇਲ ਟਰੈਵਲ ਦੇ ਮਾਲਕ ਜਿਹੜੇ MD ਨੇ ਅਰਵਿੰਦਰ ਪਾਲ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਵਾਗਤ ਕਰਦੇ ਹਾਂ ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਸਰ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਵਿੰਦਰ ਜੀ, ਜਿਵੇਂ ਅੱਜ ਕੱਲ੍ਹ ਟ੍ਰੈਂਡ ਬਣਿਆ ਹੋਇਆ, ਪਹਿਲਾਂ ਨਾ ਜਦੋਂ ਪਿੱਛੇ ਜੇ ਥੋੜੇ ਸਮੇਂ ਦੀ ਪਹਿਲਾਂ ਗੱਲ ਕਰ ਲਈਏ ਤਾਂ ਉਦੋਂ ਜਿਹੜਾ ਬੰਦਾ ਹੁੰਦਾ ਸੀ ਜੀ ਅਸੀਂ ਕੈਨੇਡਾ ਜਾਣਾ ਜੀ, ਜਿਹੜੇ ਬੰਦੇ ਨੇ ਆਈਲੈਟਸ ਕੀਤੀ ਜਾਂ +2 ਕੀਤੀ ਜੀ ਅਸੀਂ ਆਸਟ੍ਰੇਲੀਆ ਜਾਣਾ ਜਾਂ ਨਿਊਜ਼ੀਲੈਂਡ ਜਾਣਾ। ਇਸ ਟਾਈਮ ਯੂਕੇ ਤੇ ਯੂਐਸਏ ਟ੍ਰੈਂਡ ਬਣਿਆ ਹੋਇਆ, ਇਹਦੀ ਕਾਰਨ ਕੀ, ਵਜ੍ਹਾ ਕੀ ਬਣ ਗਿਆ? ਦੇਖੋ ਸਿੰਘ ਸਾਹਿਬ, ਬੇਸਿਕਲੀ ਬਹੁਤ ਸਾਰੀ ਹਿਊਮਿਲੇਸ਼ਨ ਜਿਹੜੀ ਕੈਨੇਡਾ ਦੇ ਵੱਲੋਂ ਰਹੀ ਆ ਔਰ ਕੈਨੇਡਾ ਦੇ ਵਿੱਚ ਅਸੀਂ ਲਗਭਗ 22-23 ਸਾਲ ਤੋਂ ਕੰਮ ਕਰ ਰਹੇ ਹਾਂ। ਇੱਦਾਂ ਦਾ ਦੌਰ ਨਹੀਂ ਕਦੀ ਆਇਆ ਕਿ ਸਟੂਡੈਂਟਸ ਅਨਸਰਟਨ ਨੇ, ਪਤਾ ਹੀ ਨਹੀਂ ਹੈ ਕੀ ਹੋ ਰਿਹਾ। ਸੋ ਮਤਲਬ 24-25 ਲੱਖ ਫਾਈਲਾਂ ਪਈਆਂ ਨੇ, ਇਮੀਗ੍ਰੇਸ਼ਨ ਮਿਨਿਸਟਰ ਨੂੰ ਅਸਤੀਫਾ ਦੇਣਾ ਪੈ ਜਾਂਦਾ ਆ ਔਰ ਮਤਲਬ $85 ਮਿਲੀਅਨ ਦੀ ਐਡੀਸ਼ਨਲ ਫੰਡਿੰਗ ਲੈਣੀ ਪੈਂਦੀ ਹੈ ਕਿ ਅਸੀਂ ਸਿਰਫ ਕੇਸਿਸ ਨੂੰ ਪ੍ਰੋਸੈਸ ਕਰਨ ਲਈ ਜਿੰਨਾ ਕੁ ਕਰੀਏ। ਸੋ ਕੈਨੇਡਾ ਨੇ ਜ਼ਰੂਰਤ ਤੋਂ ਜ਼ਿਆਦਾ ਮਾਲ ਚੱਕ ਲਿਆ, ਅਗਰ ਅਸੀਂ ਦੇਸੀ ਭਾਸ਼ਾ 'ਚ ਕਹੀਏ। ਸੋ ਸਟੂਡੈਂਟਸ ਦੇ ਜਿਹੜਾ ਕੋਟਾ ਆ, 1 ਸਾਲ ਦਾ ਕੋਟਾ ਕੈਨੇਡਾ ਦੇ ਵਿੱਚ ਉਹ ਲਗਭਗ 1.25 ਲੱਖ ਦਾ ਆ। ਅਗਰ ਅਸੀਂ ਬੈਕਲੌਗ ਜਿਹੜੇ ਇਸ ਸਮੇਂ ਦਾ ਵੀ ਕੱਟ ਲਈਏ ਜਿਹੜਾ ਸਾਡੇ ਕੋਲ ਕੋਵਿਡ ਦੇ ਵਿੱਚ ਆਇਆ, ਤੇ ਵੱਧ ਤੋਂ ਵੱਧ ਕੋਟਾ ਆ 2-2.5 ਲੱਖ ਸਟੂਡੈਂਟ ਦਾ। ਹੁਣ ਅਗਰ 8 ਤੋਂ 10 ਲੱਖ ਫਾਈਲਾਂ ਇਕੱਲੇ ਸਟੂਡੈਂਟ ਦੀਆਂ ਨੇ, ਉਹ 'ਚੋਂ ਵੀਜ਼ਾ ਕਿੰਨੇ ਨੂੰ ਆਉਣਾ ਆ? ਸਿਰਫ 2 ਲੱਖ ਨੂੰ। ਸੋ ਬਾਕੀ ਦੇ ਜਿਹੜੇ 6 ਤੋਂ 8 ਲੱਖ ਸਟੂਡੈਂਟਸ ਨੇ, ਉਹਨਾਂ ਨੂੰ ਕੀ ਕਰਨਾ ਪੈਣਾ? ਜਾਂ ਬਾਰ-ਬਾਰ ਉਸੇ ਫਸਲੀ ਚੱਕਰ ਵਾਂਗੂ ਉਸੇ 'ਚ ਫਸੇ ਰਹਿਣਗੇ, ਵੀਜ਼ਾ ਪਾਇਆ ਰਿਫਿਊਜ਼ ਹੋਇਆ, ਫਿਰ ਪਾਇਆ ਰਿਫਿਊਜ਼ ਹੋਇਆ, ਫਿਰ ਪਾਇਆ ਫਿਰ ਰਿਫਿਊਜ਼ ਹੋਇਆ। ਬਿਕੋਜ਼ ਸਾਨੂੰ ਕਿਤੇ ਨਾ ਕਿਤੇ ਮਾਰਕੀਟਿੰਗ ਦਿਸਦੀ ਆ ਜੀ, 4ਥੀ ਵਾਰੀ ਫਾਈਲ ਆਈ ਵੀਜ਼ਾ ਆ ਗਿਆ, 5ਵੀਂ ਵਾਰੀ ਫਾਈਲ ਆਈ ਵੀਜ਼ਾ ਆ ਗਿਆ, ਔਰ ਸਟੂਡੈਂਟਸ ਉਸ ਮਾਰਕੀਟਿੰਗ ਦਾ ਵੀ ਸ਼ਿਕਾਰ ਹੁੰਦੇ ਆ। ਸੋ ਅਗਰ ਤੁਹਾਡਾ ਪ੍ਰੋਫਾਈਲ ਨਹੀਂ ਫਿੱਟ ਬੈਠਦਾ, ਇਹਦੇ ਲਈ ਪਰ ਆਪਣਾ ਸਮਾਂ ਤੇ ਪੈਸਾ ਬਰਬਾਦ ਕਰਨ ਵਾਲਾ ਸਮਾਂ ਨਹੀਂ ਹੈਗਾ। ਵੀ ਨੀਡ ਟੂ ਮੂਵ ਔਨ। ਔਰ ਪ੍ਰੈਕਟੀਕਲੀ ਸਟੂਡੈਂਟਸ ਦੀ ਜਿਹੜੀ ਰਿਸਰਚ ਆ ਬਹੁਤ ਘੱਟ ਹੈ। ਉਹਦਾ ਕਾਰਨ ਇਹ ਹੈ ਕਿ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਯੂਕੇ ਬਾਰੇ ਨਹੀਂ ਪਤਾ। ਸੋ ਕਾਲ ਨਾਲ ਸ਼ੁਰੂਆਤ ਕਰਦੇ ਜੀ ਆਪਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ हेलो। हाँ जी, सत श्री अकाल। हाँ जी, सत श्री अकाल सर। रॉयल ट्रैवल से बात? जी, रॉयल ट्रैवल से बोल रहे हैं। हुक्म करो, की जानकारी चाहिए? हाँ जी सर, मुझे अपना कंफर्म करना था यूएसए के लिए। जी जी। हाँ जी सर, मैंने 2020 में पास आउट करी है अपनी ग्रेजुएशन। आफ्टर दैट मेरा एक्सपीरियंस भी है, मोर ओवर आई हैव डन IELTS too. Okay, that's wonderful. It's like one of the best profiles because if you can communicate in English, USA ਲਈ ਬੜੇ ਆਰਾਮ ਨਾਲ ਤੁਸੀਂ ਵੀਜ਼ਾ ਲੈ ਸਕਦੇ ਹੋ। ਸੋ ਯੂ ਆਰ ਐਲੀਜੀਬਲ ਫॉर UK ਐਂਡ USA, ਬਹੁਤ ਦੋਨਾਂ ਲਈ ਅਪਲਾਈ ਕਰ ਸਕਦੇ ਹੋ ਤੁਸੀਂ। ठीक है सर, पर मुझे यूएसए के लिए ही चाहिए थी इन्फॉर्मेशन। हाँ, USA ਲਈ ਬੇਸਿਕਲੀ ਤੁਸੀਂ ਇੰਟਰਵਿਊ ਬੇਸਡ ਵੀਜ਼ਾ ਆ। ਯੂ ਗੋ ਟੂ ਦਾ ਵੀਜ਼ਾ ਆਫਿਸਰ ਔਰ ਵੀਜ਼ਾ ਆਫਿਸਰ ਤੁਹਾਡੇ ਨਾਲ ਗੱਲਬਾਤ ਕਰਕੇ ਵੀਜ਼ਾ ਦਿੰਦਾ ਹੈ ਐਂਡ ਵੀ ਟ੍ਰੇਨ ਯੂ ਫॉर दैट। ਸੋ ਹਰ ਸਵਾਲ ਸਾਡਾ ਹੁੰਦਾ, ਹਰ ਜਵਾਬ ਸਾਡਾ ਹੁੰਦਾ। ਤੁਹਾਡੀ ਟ੍ਰੇਨਿੰਗ ਕਾਫੀ ਇੰਪੋਰਟੈਂਟ ਹੁੰਦੀ ਉਹਦੇ ਵਿੱਚ ਔਰ ਉਹੀ ਚੀਜ਼ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਹੈਲਪ ਕਰਦੀ ਹੈ। ऑलराइट। और सर इसमें स्पाउसेस लग जाएगा? ਯੈਸ, ਜਿਹੜਾ ਬੇਸਿਕਲੀ F1 ਕੈਟਾਗਰੀ ਹੁੰਦੀ ਉਹ ਮੇਜਰ ਜਿਹੜਾ ਮੇਨ ਐਪਲੀਕੈਂਟ ਔਰ F2 ਡਿਪੈਂਡੈਂਟ ਦੀ ਹੈ। ਦੋਨੋਂ ਐਪਲੀਕੇਸ਼ਨਸ ਇਕੱਠੀਆਂ ਅੰਬੈਸੀ ਜਾ ਸਕਦੀਆਂ। ਦੋਨੋਂ ਐਪਲੀਕੇਸ਼ਨਸ ਇੱਕ ਦੂਜੇ ਨੂੰ ਫੋਲੋ ਕਰਕੇ ਜਾ ਸਕਦੇ ਹੋ। ਤੁਸੀਂ ਪਹਿਲਾਂ ਇੱਕ ਨੂੰ ਲਾ ਕੇ ਦੂਸਰਾ ਬਾਅਦ 'ਚ ਵੀ ਲੈ ਸਕਦੇ ਹੋ, ਬਟ ਇਹ ਅੰਬੈਸੀ ਤੁਹਾਨੂੰ F1 F2 ਦੋਨੋਂ ਇਕੱਠੇ ਅਪਲਾਈ ਕਰਨ ਦੀ ਲਿਬਰਟੀ ਦਿੰਦੀ ਹੈ। ਤੁਸੀਂ ਆਪਣੇ ਡਾਕੂਮੈਂਟ ਇਸੇ ਨੰਬਰ ਦੇ ਉੱਪਰ कितनी देर पुरानी चाहिए होगी फिर? ਨਹੀਂ, ਇਹਦੇ 'ਚ ਕੋਈ ਫੰਡ ਨਵੇਂ ਚੱਲ ਜਾਂਦੇ ਆ। ਸੋ ਤੁਸੀਂ ਆਪਣੇ ਡਾਕੂਮੈਂਟ ਇਸੇ ਨੰਬਰ ਦੇ ਉੱਪਰ WhatsApp ਕਰੋ ਐਂਡ ਵਿਲ ਅਗੇਨ ਕਾਲ ਯੂ ਬੈਕ। ओके सर, थैंक यू ਜੀ, ਸ਼ੁਕਰੀਆ। ਤਾਂ ਜਿਵੇਂ ਤੁਸੀਂ ਥੱਲੇ ਜਿਹੜੀ ਆ ਨੰਬਰ ਦਿੱਤਾ ਗਿਆ ਹੋਇਆ ਰਾਇਲ ਟਰੈਵਲ ਦਾ ਹੈਲਪਲਾਈਨ ਨੰਬਰ, ਤੁਸੀਂ ਉੱਤੇ ਕਾਲ ਕਰਕੇ ਆਪਣੀ ਕੁਐਰੀ ਜ਼ਰੂਰ ਕਰ ਸਕਦੇ ਹੋ। ਜਿਵੇਂ ਸਰ ਇਹਨਾਂ ਨੇ ਗੱਲ ਕੀਤੀ ਵੀ ਗੈਪ ਦੀ, ਅਗਰ ਜੇ ਯੂਕੇ ਲਈ ਕਿਸੇ ਨੇ ਅਪਲਾਈ ਕਰਨਾ, ਉਹ ਗੈਪ ਕਿੰਨਾ ਐਕਸੈਪਟ ਹੈਗਾ? ਦੇਖੋ ਬੇਸਿਕਲੀ ਯੂਕੇ ਦੇ ਵਿੱਚ ਜਿਹੜੇ ਮੈਚਿਓਰ ਸਟੂਡੈਂਟਸ ਆ ਯੂਕੇ ਵੈਲਕਮ ਕਰਦਾ ਆ। ਮੈਚਿਓਰ ਸਟੂਡੈਂਟਸ ਤੋਂ ਭਾਵ ਆ ਅਗਰ ਤੁਸੀਂ ਪੜ੍ਹੇ ਹੋ, ਤੁਹਾਡੇ ਕੋਲ 5-7 ਸਾਲ ਦਾ ਵਿੱਚ ਗੈਪ ਵੀ ਹੈ, ਤੁਸੀਂ ਉਹ ਕਿਸੇ ਨਾ ਕਿਸੇ ਯੂਜ਼ਫੁਲ ਐਕਟੀਵਿਟੀ 'ਚ ਇਨਵੋਲਵ ਰਹੇ ਹੋ, ਤਾਂ ਯੈਸ ਯੂਕੇ ਲਈ ਇਹ ਬਹੁਤ ਚੰਗੀ ਐਪਲੀਕੇਸ਼ਨ ਆ।
ਕਾਰਨ ਕੀ ਹੈ ਕਿ ਯੂਕੇ ਬਾਰੇ ਸਟੂਡੈਂਟਸ ਦੀ ਰਿਸਰਚ ਘੱਟ ਹੈ, ਔਰ ਅੱਜ ਅਗਰ ਕਿਸੇ ਮੁਲਕ ਜਾਣਾ ਹੋਵੇ ਐਜ਼ ਅ ਸਟੂਡੈਂਟ ਤਾਂ ਆਬਵੀਅਸਲੀ ਮੇਰੇ ਲਈ ਇਕਲੌਤਾ ਮੁਲਕ ਕੱਲਾ ਇੰਗਲੈਂਡ ਹੋਣਾ ਸੀ, ਬਿਕੋਜ਼ ਇਹ ਵਲਾਇਤ ਵਾਲੀ ਕਹਾਣੀ ਹੈ ਜਿੱਥੋਂ ਸਾਡਾ ਬਾਹਰ ਦਾ ਸਫ਼ਰ ਸ਼ੁਰੂ ਹੋਇਆ। ਸਾਡੀ ਚੌਥੀ ਜਨਰੇਸ਼ਨ ਇੱਥੇ ਹੈ। ਅਸੀਂ ਜਿਹੜੇ ਮੁਲਕਾਂ 'ਚ ਜਾਂਦੇ ਆ ਉਹ ਬੇਸਿਕਲੀ ਡਿਵੈਲਪਿੰਗ ਕੰਟਰੀਜ਼ ਨੇ, ਔਰ ਹਾਲੇ ਉੱਥੇ ਜਾ ਕੇ ਰੋਜ਼ਮਰਿਆ ਦੀ ਡਿਵੈਲਪਮੈਂਟ ਵਾਲੀਆਂ ਸਟੋਰੀਜ਼ ਚੱਲਦੀਆਂ ਨੇ। ਸੋ ਇੱਥੇ ਸਟੂਡੈਂਟਸ ਦੇ ਕੋਲ ਆਪਸ਼ਨ ਹੈ ਕਿ ਉਹ ਸੈਟਲਮੈਂਟ ਲੈ ਸਕਦੇ ਨੇ, PR ਲੈ ਸਕਦੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸਤਿ ਸ੍ਰੀ ਅਕਾਲ ਸਰ, ਰੋਇਲ ਟਰੈਵਲ ਤੋਂ ਗੱਲ ਕਰ ਰਹੇ ਜੀ ਜੀ, ਰਾਇਲ ਟਰੈਵਲ ਤੋਂ ਬੋਲ ਰਹੇ, ਹੁਕਮ ਕਰੋ, ਕੀ ਜਾਣਕਾਰੀ ਚਾਹੀਦੀ? ਸਰ ਮੈਂ ਨਾ ਤੁਹਾਡਾ ਲਾਈਵ ਸ਼ੋਅ ਦੇਖ ਰਿਹਾ ਸੀਗਾ, ਮੈਂ ਨਾ ਆਪਣੀ ਪ੍ਰੋਫਾਈਲ ਬਾਰੇ ਪੁੱਛਣਾ ਸੀਗਾ। ਜੀ ਜੀ, ਪੁੱਛੋ। ਸਰ ਮੈਂ ਨਾ 10th ਕੀਤੀ, +2 ਦੇ ਵਿੱਚ PSC ਜੀ। ਠੀਕ ਹੈ। 70% ਸਰ ਮੇਰੇ ਮਾਰਕਸ ਆ ਇੰਗਲਿਸ਼ ਦੇ। +2 ਕੀਤੀ ਮੈਂ ਸਰ 2014 ਦੇ ਵਿੱਚ, 60% ਮਾਰਕਸ ਆ। ਠੀਕ ਹੈ ਜੀ। ਉਸ ਤੋਂ ਬਾਅਦ ਸਰ ਮੈਂ ਕੀਤੀ BA 2017 ਦੇ ਵਿੱਚ। ਠੀਕ ਹੈ ਜੀ। तो सर मेरे ਵਿੱਚ ਹੈਗੇ ਆ 57%। ਠੀਕ ਹੈ। ਉਸ ਤੋਂ ਬਾਅਦ ਸਰ ਮੈਂ ਕੀਤੀ IELTS ਓਵਰਆਲ 6 ਬੈਂਡ ਆ। ਠੀਕ ਹੈ। 2 ਮੋਡਿਊਲ ਦੇ ਵਿੱਚੋਂ ਹੈਗੇ 5.5। ਕੋਈ ਨਹੀਂ, ਇਹ ਤੁਹਾਡਾ ਪ੍ਰੋਫਾਈਲ ਇਕੁਅਲੀ ਜਿਹਨੂੰ ਅਸੀਂ ਕਹਿੰਦੇ ਆ ਯੂਕੇ ਲਈ ਫਿੱਟ ਹੋ ਰਿਹਾ ਆ। ਔਰ ਇੱਥੇ ਅਗਰ ਤੁਹਾਡੇ ਕੋਲ IELTS ਨਹੀਂ ਵੀ ਹੁੰਦਾ, ਤੁਹਾਡੇ ਕੋਲ 55% ਮਾਰਕਸ ਹੈਗੇ ਆ ਮਿਨੀਮਮ ਜਿਹੜੇ ਗ੍ਰੈਜੂਏਸ਼ਨ ਦੇ ਵਿੱਚ ਚਾਹੀਦਾ, ਤਾਂ ਵੀ ਸਾਡੀ ਯੂਨੀਵਰਸਿਟੀ ਦੀ ਐਲੀਜੀਬਿਲਟੀ ਬਣ ਜਾਂਦੀ ਹੈ। ਸੋ ਮੈਂ ਨਾ ਤੁਹਾਨੂੰ ਦਾ ਪੁੱਛਾਂ, ਜਿੱਦਾਂ ਮਤਲਬ ਵਾਈਫ ਤੇ ਬੇਬੀ ਨਾਲ ਜਾ ਸਕਦੇ ਆ? ਯੈਸ, ਇਹ ਬਿਲਕੁਲ ਸਭ ਤੋਂ ਇੰਪੋਰਟੈਂਟ ਹੈ ਯੂਕੇ ਦੇ ਵਿੱਚ, ਕਿ ਯੂਕੇ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾ ਸਕਦੇ ਹੋ। ਸੋ ਯੂਕੇ ਦੇ ਵਿੱਚ ਤੁਸੀਂ ਆਪਣੇ ਵਾਈਫ ਦੇ ਨਾਲ, ਆਪਣੇ ਬੱਚੇ ਦੇ ਨਾਲ, ਔਰ ਇਹ ਜਿੱਦਾਂ ਅਸੀਂ USA ਵਿੱਚ ਕਹਿੰਦੇ ਆ ਕਿ ਤੁਸੀਂ ਫਾਈਲ ਇਕੱਠਿਆਂ ਦੀ ਲਾ ਸਕਦੇ ਹੋ, ਇਹਦੇ ਵਿੱਚ ਲੱਗਦੀ ਇਕੱਠੀ ਹੈ। ਸੋ ਤੁਸੀਂ ਯੂਕੇ ਦੇ ਵਿੱਚ ਅਗਰ ਜਾਣਾ ਚਾਹੁੰਦੇ ਹੋ, ਤੁਸੀਂ ਪੂਰੀ ਦੀ ਪੂਰੀ ਫੈਮਿਲੀ ਆਪਣੇ ਬੱਚਿਆਂ ਦੇ ਨਾਲ ਤੁਸੀਂ ਜਿਹੜਾ ਸਟੱਡੀ ਪਰਮਿਟ ਆ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਇੱਥੇ ਤੁਹਾਨੂੰ ਫੁੱਲ ਵਰਕਿੰਗ ਰਾਈਟਸ ਨੇ। ਔਰ ਵਨਸ ਜਿਹੜਾ ਤੁਹਾਡਾ ਪ੍ਰੋਫਾਈਲ ਹੈ, ਅਗਰ ਅਸੀਂ ਨੂੰ ਰੈਸਟ ਆਫ ਦਾ ਵਰਲਡ ਦੇ ਨਾਲ ਕੰਪੇਅਰ ਕਰੀਏ, ਇੱਥੇ ਤੁਹਾਡੇ ਕੋਲ ਮਿਨੀਮਮ ਐਜੂਕੇਸ਼ਨ ਆ ਕਿ ਤੁਸੀਂ ਸਿਰਫ 1 ਸਾਲ ਪੜ੍ਹਨਾ ਆ, ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਆ, ਜਿਸ ਤੋਂ ਬਾਅਦ ਤੁਹਾਡੇ ਕੋਲ ਪੁਆਇੰਟ ਬੇਸਡ ਇਮੀਗ੍ਰੇਸ਼ਨ ਹੈ। ਯੂਕੇ ਜਦੋਂ ਤੋਂ ਬ੍ਰੈਗਜ਼ਿਟ ਤੋਂ ਅਲੱਗ ਹੋਇਆ, ਯੂਕੇ ਨਵੀਂ ਇੱਕ ਪਾਲਿਸੀ ਲੈ ਕੇ ਆਇਆ ਜਿਹਨੂੰ ਅਸੀਂ ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮ ਕਹਿੰਦੇ ਆ। ਗੂਗਲ ਕਰ ਸਕਦੇ ਹੋ ਕਿ ਇੱਕ ਸਟੂਡੈਂਟ ਨੂੰ 70 ਪੁਆਇੰਟ ਚਾਹੀਦੇ ਆ। 70 ਪੁਆਇੰਟ ਦੇ ਵਿੱਚੋਂ 50 ਪੁਆਇੰਟ ਕੱਲੀ ਤੁਹਾਡੀ ਜੌਬ ਦੇ ਨਾਲ ਲਿੰਕ ਨੇ, ਔਰ 20 ਪੁਆਇੰਟ ਮਿਲ ਜਾਂਦੇ ਨੇ ਤੁਹਾਨੂੰ ਕੱਲੀ ਅਗਰ ਤੁਹਾਡੀ ਸਾਲਾਨਾ ਆਮਦਨ ਜਿਹੜੀ ਇੰਪਲੋਇਮੈਂਟ ਤੋਂ ਤੁਹਾਡੇ ਕੋਲ 25,600 ਪਾਉਂਡ ਹੋ ਗਈ। ਤੇ ਯੂਕੇ ਦੇ ਵਿੱਚ ਅਗਰ ਲਾਈਕ 2,000 ਪਾਉਂਡ ਕਮਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਮਹੀਨੇ ਦੀ। ਸੋ ਸੈਟਲਮੈਂਟ ਹੈ, ਸਭ ਕੁਝ ਹੈ। ਸੋ ਯੂਕੇ ਅੱਜ ਦੇ ਸਮੇਂ ਦੇ ਵਿੱਚ ਸਟੂਡੈਂਟਸ ਨਾਲ ਅਗਰ ਕੋਈ ਸਭ ਤੋਂ ਸਹੀ ਚੀਜ਼ ਹੋ ਸਕਦੀ ਹੈ ਤਾਂ ਉਹ ਇੰਗਲੈਂਡ ਦਾ ਵੀਜ਼ਾ ਆ, ਔਰ ਇਹ ਤੁਹਾਨੂੰ ਇਸ ਟਾਈਮ ਸੈਟਲਮੈਂਟ ਦੇ ਰਿਹਾ, ਜਿਹਦਾ ਕਰਕੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਮੂਵ ਕਰਕੇ, ਔਰ ਲਾਈਕ ਅਗਰ ਅਸੀਂ ਪੂਰੀ ਦੁਨੀਆ ਦੇ ਕੰਟਰੀਜ਼ ਦਾ ਇੰਡੈਕਸਿੰਗ ਕਰੀਏ ਤਾਂ ਬੈਸਟ ਕੰਟਰੀ ਟੂ ਲਿਵ ਇਨ, ਬਿਕੋਜ਼ ਇਹ ਫੁੱਲੀ ਡਿਵੈਲਪ ਕੰਟਰੀ ਹੈ। ਕੈਨੇਡਾ ਵਾਂਗੂ, ਆਸਟ੍ਰੇਲੀਆ ਵਾਂਗੂ ਤੁਹਾਨੂੰ ਕੰਮ ਤੇ ਜਾਣ ਨੂੰ ਗੱਡੀ ਨਹੀਂ ਚਾਹੀਦੀ। ਟਰਾਂਸਪੋਰਟ ਸਿਸਟਮ ਦੁਨੀਆ ਦੇ ਸਭ ਤੋਂ ਬਿਹਤਰੀਨ ਨੇ, ਔਰ ਇੰਨੇ ਕੁ ਡਿਵੈਲਪ ਕੰਟਰੀਜ਼ ਨੇ ਇਹੋ ਜਿਹੇ ਕਿ ਜਿੱਥੇ ਇੱਕ ਇੱਟ ਵੀ ਚੱਕ ਕੇ ਦੂਸਰੀ ਜਗ੍ਹਾ ਤੇ ਰੱਖਣ ਵਾਲੀ ਨਹੀਂ ਹੈ। ਸੋ ਇੱਥੇ ਤੁਸੀਂ ਆਪਣਾ ਫਿਊਚਰ ਸੋਚ ਸਕਦੇ ਹੋ। ਮਤਲਬ ਤੁਹਾਡੇ ਸਭ ਦੇ ਪਰਿਵਾਰਾਂ ਦੇ ਵਿੱਚੋਂ ਕੋਈ ਨਾ ਕੋਈ ਇੰਗਲੈਂਡ ਜ਼ਰੂਰ ਗਿਆ ਹੋਇਆ, ਬਟ ਉਹ ਪੁਰਾਣੇ ਸਿਸਟਮ ਦੇ ਨਾਲ ਗਿਆ ਜਦੋਂ ਅਸੀਂ ਇਹ ਕਹਿੰਦੇ ਸੀ ਕਿ ਉੱਥੇ ਪੱਕਾ ਨਹੀਂ ਹੁੰਦਾ। ਸੋ ਅੱਜ ਦਾ ਸਮਾਂ ਬਿਲਕੁਲ ਚੇਂਜ ਆ ਜੀ। ਤਾਂ ਕਾਲ ਮੈਨੂੰ ਲੱਗਦਾ ਫੇਰ ਆ ਗਈ ਰਵਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਲਾਈਵ ਵਿੱਚ ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ ਜੀ, ਹੁਕਮ। ਹਾਂਜੀ ਸਰ, ਮੈਂ PTC ਤੁਹਾਡਾ ਲਾਈਵ ਸ਼ੋਅ ਦੇਖ ਰਹੀ ਸੀ। ਮੈਂ ਆਪਣੀ ਫਾਈਲ ਦੇ ਰਿਕਾਰਡਿੰਗ ਪੁੱਛਣਾ ਚਾਹੁੰਦੀ ਹਾਂ। ਜੀ ਜੀ। ਮੈਂ 2070 ਪਾਸ ਆਊਟ ਹਾਂ ਜੀ, ਵਿਦ 55% ਓਵਰਆਲ। ਓਕੇ। ਐਂਡ IELTS ਕੀਤੀ ਹੋਈ ਹੈ ਓਵਰਆਲ 6 ਨੋ ਲੈਸ ਦੈਨ 5.5 ਬੈਂਡ। ਠੀਕ ਹੈ। ਯੂਕੇ ਬਾਰੇ ਕਨਫਰਮ ਕਰਨਾ ਸੀ ਜੀ ਮੈਮ। ਯੂਕੇ ਦੀਆਂ ਇਸ ਟਾਈਮ ਸਾਡੇ ਕੋਲ ਸੈਪਟੰਬਰ ਇਨਟੇਕ ਦੇ ਵਿੱਚ ਕਾਫੀ ਯੂਨੀਵਰਸਿਟੀ ਸੀਟਾਂ ਅਵੇਲੇਬਲ ਨੇ ਹਾਲਾਂਕਿ ਸੈਪਟੰਬਰ ਇਜ਼ ਆਲਮੋਸਟ ਐਟ ਦਾ ਐਂਡ। ਸੋ ਇਸ ਟਾਈਮ ਜਿਹੜੀਆਂ ਸੀਟਸ ਆ ਫਿਲ ਅਪ ਹੋ ਰਹੀਆਂ ਨੇ, ਬਟ ਸਟਿਲ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਤੁਹਾਡਾ ਲਾਈਕ ਬਰਮਿੰਗਮ ਸਿਟੀ ਯੂਨੀਵਰਸਿਟੀ ਦੇ ਵਿੱਚ ਤੁਹਾਡੀਆਂ ਆਪਸ਼ਨਸ ਹੈਗੀਆਂ ਨੇ। ਦੈਨ ਸਾਡੇ ਕੋਲ ਡਰਬੀ ਦੇ ਵਿੱਚ ਹੈ, ਲਾਈਕ ਸਾਡੇ ਕੋਲ ਬੈਡਫੋਰਡਸ਼ਾਇਰ ਦੇ ਵਿੱਚ ਹੈਗੀ ਪਲੇਸ। ਸੋ ਆਲਮੋਸਟ ਲਿੰਕਨ ਦੇ ਵਿੱਚ ਹੈ, ਵਿਨਚੈਸਟਰ ਦੇ ਵਿੱਚ ਹੈ। ਸੋ ਕਾਫੀ ਪਲੇਸ ਹੈਗੀਆਂ ਨੇ। ਸੋ ਤੁਸੀਂ ਕੁਇਕਲੀ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ। ਓਕੇ, ਤੇ ਸਰ ਸਪਾਊਸ ਕੇਸ ਅਸੈਪਟੇਬਲ ਹੈ? ਯੈਸ ਮੈਮ, ਤੁਸੀਂ ਸਪਾਊਸ ਦੇ ਨਾਲ ਜਾ ਸਕਦੇ ਹੋ, ਇਕੱਠੇ ਵੀਜ਼ਾ ਲਓਗੇ, ਇਕੱਠੇ ਚੜਾਈ ਮਤਲਬ ਫਲਾਈ ਕਰੋਗੇ। ਸੋ ਚੜ੍ਹਦੀ ਕਲਾ ਜਾਓਗੇ, ਵੀਜ਼ੇ ਦੇ ਨਾਲ ਜਾਓਗੇ, ਕੋਈ ਵੀ ਸਮੱਸਿਆ ਨਹੀਂ ਆਉਣ ਵਾਲੀ ਇਹਦੇ 'ਚ।
ਠੀਕ ਹੈ ਸਰ। ਤੇ ਫੰਡਸ ਦਾ ਸਰ ਕੀ ਸਟੇਟਸ, ਫੰਡਸ ਕਿੰਨੇ ਸ਼ੋ ਕਰਵਾਉਣੇ ਪੈਣਗੇ ਅਗਰ ਮੈਨੂੰ ਆਊਟਰ ਲੰਡਨ ਜਾਣਾ ਪਵੇ? ਆਊਟਰ ਲੰਡਨ ਦੇ ਵਿੱਚ ਤੁਹਾਡੇ ਕੋਲ 9000 ਪਾਉਂਡ ਦੇ ਆਸ-ਪਾਸ ਤੁਹਾਨੂੰ ਫੰਡ ਹੁੰਦੇ ਆ। ਸੋ ਅਰਾਊਂਡ 9 ਲੱਖ ਸਮਥਿੰਗ ਤੁਹਾਨੂੰ ਫੰਡ ਸ਼ੋ ਕਰਨਾ ਹੈ। ਔਰ ਜਿਹੜੀ ਫੀਸ ਤੋਂ ਇਲਾਵਾ ਸੋ ਫੀਸ ਤਕਰੀਬਨ ਜਿਹੜੀ ਜਨਰਲੀ ਯੂਨੀਵਰਸਿਟੀਜ਼ ਅਸੈਪਟ ਕਰਦੀਆਂ ਨੇ 5000 ਪਾਉਂਡ ਦੇ ਉੱਪਰ ਤੁਹਾਨੂੰ ਕੈਸ਼ ਲੈਟਰ ਮਿਲ ਜਾਂਦਾ ਹੈ। ਸੋ 5000 ਪਾਉਂਡ ਦੇ ਨਾਲ ਤੁਸੀਂ ਅਪਲਾਈ ਕਰਕੇ ਲਾਈਕ ਯੂਕੇ 'ਚ ਪੜ੍ਹਨ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਓਕੇ। ਤੇ ਸਰ ਜੇ ਅਸੀਂ ਵਿਜ਼ਿਟ ਕਰਨਾ ਹੋਵੇ ਤੇ ਫਿਰ ਮੈਨੂੰ ਆਪਣਾ ਤੁਸੀਂ ਦੱਸ ਸਕਦੇ ਹੋ ਕਿਹੜੇ ਵਿੱਚ ਬ੍ਰਾਂਚ ਮੈਂ ਵਿਜ਼ਿਟ ਕਰ ਹਾਂ, ਸਕਦੀ ਤੁਹਾਡੀ ਸਕਰੀਨ ਦੇ ਉੱਪਰ ਨੰਬਰ ਹੈ, ਇਸ ਨੰਬਰ ਦੇ ਉੱਪਰ ਕਾਲ ਤੁਸੀਂ ਆਪਣੇ ਡਾਕੂਮੈਂਟ ਪਾ ਦਿਓ, ਦੈਨ ਮੇਰੀ ਟੀਮ ਤੁਹਾਨੂੰ ਵਾਪਸ ਕਾਲ ਕਰ ਲੇਗੀ। ਜਲੰਧਰ ਡਿਫੈਂਸ ਕਲੋਨੀ ਆਫਿਸ ਹੈ, ਸੋ ਤੁਸੀਂ ਕਿਸੇ ਵੀ ਟਾਈਮ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ ਮੈਨੂੰ। ਔਰ ਸਭ ਤੋਂ ਵੱਡੀ ਚੀਜ਼ ਹੈ, ਮੈਂ ਅਕਸਰ ਤੁਹਾਨੂੰ ਆਫਿਸ ਦੇ ਵਿੱਚ ਆਪ ਮਿਲਦਾ ਹਾਂ, ਬਿਕੋਜ਼ ਸਾਰੀ ਪ੍ਰੋਸੈਸਿੰਗ ਅਸੀਂ ਖੁਦ ਹੈਂਡਲ ਕਰਦੇ ਹਾਂ। ਚਲੋ ਠੀਕ ਹੈ ਜੀ, ਥੈਂਕ ਯੂ ਸਰ। ਬਹੁਤ ਸ਼ੁਕਰੀਆ ਜੀ ਕਾਲ ਕਰਨ ਤਾਂ ਰਵਿੰਦਰਪਾਲ ਜੀ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਕਹਿੰਦੇ ਵੀ ਬੀਏ ਅਸੀਂ ਕਰਕੇ ਜਾਂ ਮਾਸਟਰ ਕਰਕੇ ਅਸੀਂ ਅੱਗੇ ਅਪਲਾਈ ਕਰਨਾ ਯੂਕੇ ਲਈ, ਤਾਂ ਹੁਣ ਇਹ +2 ਕਰਕੇ ਬੰਦਾ ਅਪਲਾਈ ਕਰਦਾ ਯੂਕੇ ਲਈ, ਔਰ ਜੇ ਮਾਸਟਰ ਕਰਕੇ ਇੱਥੋਂ ਮਾਸਟਰ ਕਰਕੇ ਜਾਂਦਾ ਤਾਂ ਉਹਦੇ ਲਈ ਕੀ ਜਿਹੜੇ ਲਾਭ ਨੇ ਔਰ ਕਿਵੇਂ ਉਹ ਉੱਥੇ ਜਾ ਕੇ ਸੈਟਲ ਹੋ ਸਕਦਾ? ਦੇਖੋ, ਮਾਸਟਰ ਤੋਂ ਬਾਅਦ ਵੀ ਅਗੇਨ ਮਾਸਟਰ ਹੀ ਹੋਏਗੀ। ਸੋ ਮਾਸਟਰ ਤੋਂ ਬਾਅਦ ਅਸੀਂ ਡਾਕਟਰੇਟ ਲਈ ਨਹੀਂ ਜਾ ਸਕਦੇ। ਸੋ ਮਾਸਟਰ ਕਰਾਂਗੇ, ਮਾਸਟਰ ਨਾਲ ਤੁਹਾਡੇ ਕੋਲ ਮਿਨੀਮਮ ਐਜੂਕੇਸ਼ਨ ਹੈ ਕਿ ਤੁਸੀਂ ਸਿਰਫ 1 ਸਾਲ ਦੀ ਪੜ੍ਹਾਈ ਦੇ ਵਿੱਚ ਤੁਸੀਂ ਆਪਣੀ ਹੈਲੋ ਸਤਿ ਸ਼੍ਰੀ ਅਕਾਲ ਜੀ। हेलो। हाँ जी, सत श्री अकाल सर गुड आफ्टरनून। जी, गुड आफ्टरनून। ट्रेवल से बात कर रहे हो सर आप? जी सर, रॉयल ट्रेवल्स। सर मैं अभी आपका चैनल पीटीसी लाइव शो देख रहा हूँ सर। मुझे यूके स्टडी वीजा के रिगार्डिंग कुछ क्वेरी है जी। अपना प्रोफाइल शेयर करें प्लीज। सर मेरा 2015 71%, राइट। और 2019 में मैं पास किया हूँ बीटेक मैकेनिकल इंजीनियरिंग फ्रॉम कुरुक्षेत्र यूनिवर्सिटी 71%। दैट्स गुड। और IELTS स्कोर है 6 नॉट लेस देन 5.5। ठीक है, ऑल एलिजिबल। सो यू गॉट एक्सीलेंट प्रोफाइल, सो दिस इज एलिजिबल। सो वी कैन गेट मास्टर्स प्रोग्राम लवोगे और लाइक 1 साल की ड्यूरेशन होएगी सिर्फ वो दी। ओके सर, कौन सी कोर्स मिल जाएगी मुझे मास्टर्स में सर? सो तुसी बीटेक कादे च कीती है? बीटेक मैकेनिकल में से किया है। मैकेनिकल कीती है, सो मास्टर इन साइंसेस मिल सकता है तैनू। MS अगेन लाइक तैनू सेम फील्ड दे विच मिल सकता है। जनरलाइज MBA मिल सकता है। सो स्टिल अगर तुसीं किसी कंप्यूटर पढ़िया दैन तुहाडे कोल कुछ IT दे सब्जैक्ट्स भी नाल तुसीं मास्टर्स कर सकते हो। ओके सर, मुझे IBM कोर्स मिल सकती है इंटरनेशनल बिजनेस मैनेजमेंट? बेसिकली वी नीड टू गो फॉर मास्टर्स। लाइक मास्टर्स दे विच तैनू कोई इंटरनेशनल बिजनेस मैनेजमेंट मिल जाएगी, राइट। बट यू नीड टू बी केयरफुल कि इस समय दे विच इफ यू वांट टू स्टडी इन UK यू विल बी गोइंग टू ए यूनिवर्सिटी ओनली फॉर अ डिग्री, बिकॉज UK यूनिवर्सिटीज दी एजुकेशन यू नीड टू अंडरस्टैंड, लाइक दिस इज वेरी टिपिकल। US दी sorry you but sir I have 2 year experience in management। हाँ, that's wonderful, good है। Okay, that is excellent। So UK universities the placement like the universities claim 90 to 93% placement है UK universities दी। It means कि you follow the same career whatever you study, it is nowhere else in the world। पूरी दुनिया ਦੇ ਵਿੱਚ ਤੁਸੀਂ ਉਹ ਐਜੂਕੇਸ਼ਨ ਦਾ ਕਦੀ ਵੀ ਆਪਣੇ ਕੈਰੀਅਰਸ ਨਾਲ ਲਿੰਕ ਅਪ ਨਹੀਂ ਕਰਦੇ, ਬਿਕੋਜ਼ ਕੈਨੇਡਾ 'ਚ ਅਸੀਂ ਦੇਖਦੇ ਸਾਡੇ ਸਟੂਡੈਂਟਸ ਜੋ ਮਰਜ਼ੀ ਪੜ੍ਹੇ ਹੁਣ ਟਰਾਲੇ ਚਲਾਉਂਦੇ ਆ। ਆਸਟ੍ਰੇਲੀਆ ਸਾਡੇ ਸਟੂਡੈਂਟਸ ਵਟਐਵਰ ਦੇ ਸਟੱਡੀ ਉਹ ਟੈਕਸੀ ਨੂੰ ਹੀ ਕਿਤੇ ਨਾ ਕਿਤੇ ਆਪਣਾ ਕੈਰੀਅਰ ਬਣਾ ਕੇ ਬੈਠੇ ਆ। ਸੋ UK ਦੇ ਵਿੱਚ ਸਾਡੇ ਬਿਊਰੋਕਰੇਟਸ ਦੇ, ਸਾਡੇ ਪੋਲੀਟੀਸ਼ੀਅਨਸ ਦੇ, ਇੰਡੀਆ ਦੇ ਬਿਜ਼ਨਸਮੈਨਸ ਦੇ ਜਿੰਨਿਆਂ ਦੇ ਬੱਚੇ ਨੇ ਉਹ ਸਾਰੇ UK 'ਚ ਪੜ੍ਹਦੇ ਨੇ। ਯੂ ਕੈਨ ਐਕਚੁਅਲੀ ਇਵੈਲੂਏਟ ਕਿ ਇਹ ਐਜੂਕੇਸ਼ਨ ਦਾ ਮਤਲਬ ਕੀ ਹੈ। ਸੋ ਦਿਸ ਇਜ਼ ਵੈਰੀ ਕਰੀਅਰ ਫੋਕਸਡ ਐਜੂਕੇਸ਼ਨ। ਓਕੇ ਸਰ, ਥੈਂਕ ਯੂ ਸੋ ਮਚ ਫॉर this information। ठीक है, ਤੁਸੀਂ ਆਪਣੇ ਡਾਕੂਮੈਂਟ ਸੈਂਡ ਕਰ ਦਿਓ WhatsApp ਇਸੇ ਨੰਬਰ ਦੇ ਉੱਪਰ, ਵਿਲ ਗੈਟ ਬੈਕ ਟੂ ਯੂ। yes sir definitely I will send my all documents। ਥੈਂਕ ਯੂ ਡੀਅਰ, ਥੈਂਕਸ ਫॉर ਕਾਲਿੰਗ। ਤਾਂ ਅਰਵਿੰਦਰ ਜੀ, ਜਿਵੇਂ ਲਗਾਤਾਰ ਕਾਲਿੰਗ ਆ ਰਹੀ ਹੈ, ਮਤਲਬ ਹਰ ਇੱਕ ਬੰਦਾ ਇਹ ਸੋਚਦਾ, ਹੁਣ ਜਿਵੇਂ ਤੁਸੀਂ ਟਰਾਲੇ ਦੀ ਗੱਲ ਕਰ ਲਈ ਵੀ ਬੰਦੇ ਨੇ ਜੇ ਬਾਹਰ ਗਿਆ ਤਾਂ ਉਹਨੇ ਸਿਰਫ ਜਾ ਕੇ ਆਪਣੇ ਪੰਜਾਬੀ ਦੀ ਵੈਸੇ ਸੋਚਦੇ ਵੀ ਇਹੀ ਹੈ ਕਿ ਜੇ ਅਸੀਂ ਬਾਹਰ ਚਲੇ ਗਏ। ਹੁਣ UK ਨੂੰ ਲੈ ਕੇ ਨਾ ਪਹਿਲਾਂ ਤਾਂ ਜਿਹੜਾ ਬੰਦਾ ਹੁੰਦਾ ਸੀ ਵੀ ਚੱਲ ਅਸੀਂ ਕੈਨੇਡਾ ਜਾ ਕੇ ਚਲਾਵਾਂਗੇ, ਹੁਣ UK ਅਪਲਾਈ ਤਾਂ ਬਹੁਤ ਕਰ ਰਹੇ ਲੋਕ, ਪਰ ਕਿਤੇ ਨਾ ਕਿਤੇ ਨੈਗੇਟਿਵ ਪੋਜ਼ਿਟਿਵ ਪੁਆਇੰਟ ਜ਼ਰੂਰ ਹੈਗੇ ਨੇ। ਨੈਗੇਟਿਵ ਪੁਆਇੰਟ ਪਹਿਲਾਂ ਤਾਂ ਇਹ ਆ ਜਾਂਦਾ ਵੀ ਜੇ ਅਸੀਂ UK ਆਪਦੇ ਪੁੱਤ ਨੂੰ ਭੇਜਤਾ ਜਾਂ ਅਸੀਂ ਆਪਦੇ ਬੱਚੇ ਨੂੰ ਭੇਜਤਾ ਤਾਂ ਆਖਰ ਉਹ ਬਾਹਰ ਜਾ ਕੇ ਉਹਦੀ PR ਹੋਊਗੀ ਜਾਂ ਸੈੱਟ ਹੋਊਗਾ ਜਾਂ ਨਹੀਂ ਹੋਊਗਾ, ਵੱਡਾ ਸਵਾਲ ਖੜਾ ਹੁੰਦਾ। ਤਾਂ ਆਖਰ PR ਹੁੰਦਾ UK ਦੇ ਵਿੱਚ? ਸਿੰਘ ਸਾਹਿਬ, ਬੇਸਿਕਲੀ ਬ੍ਰੈਗਜ਼ਿਟ ਤੋਂ ਬਾਅਦ ਜਿਹੜੀ ਤੇ ਸਾਡੇ ਕੋਲ ਲਾਈਕ 1 ਜਨਵਰੀ 21 ਦਾ ਸਮਾਂ ਆਇਆ, ਲਾਈਕ 31 ਦਸੰਬਰ ਨੂੰ ਇਹਨਾਂ ਨੇ ਬ੍ਰੈਗਜ਼ਿਟ ਕੀਤਾ ਔਰ 1 ਜਨਵਰੀ ਤੋਂ ਇਹਨਾਂ ਨੇ ਨਵਾਂ ਲਾਅ ਅਨਾਉਂਸ ਕੀਤਾ ਹੈ। ਉਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਸੋ UK ਦੀ ਜਿੰਨੀ ਲੇਬਰ ਸਪਲਾਈਜ਼, ਜਿੰਨੀ UK ਦੀ ਸਕਿਲਡ ਮੈਨ ਪਾਵਰ, ਇਹ ਸਾਰੀ ਯੂਰਪੀਅਨ ਯੂਨੀਅਨ ਤੋਂ ਆਉਂਦੀ ਸੀ। ਯੂਰਪੀਅਨ ਯੂਨੀਅਨ ਮੀਨਸ ਵਾਈਟ ਕਲਰ ਬ੍ਰਦਰਹੁੱਡ, ਕਿ ਉਹ ਜਿਹੜਾ ਸਾਰਾ ਯੂਰਪ ਸਾਂਝਾ ਸੀ। ਉਹਦਾ ਮਤਲਬ ਇਹ ਹੁੰਦਾ ਸੀ ਕਿ ਅਸੀਂ ਜਿੰਨੀ ਸਾਨੂੰ ਜ਼ਰੂਰਤ ਹੈ
ਉਹ ਅਸੀਂ ਸਾਰਾ ਸਮਾਨ ਇੱਕ ਦੂਸਰੇ ਤੋਂ ਪੂਰਾ ਕਰਾਂਗੇ, ਚਾਹੇ ਉਹ ਮੈਨ ਪਾਵਰ ਆ, ਚਾਹੇ ਇਕਵਿਪਮੈਂਟ ਹੈ, ਚਾਹੇ ਉਹ ਲੇਬਰ ਹੈ, ਚਾਹੇ ਉਹ ਸਾਜੋ ਸਮਾਨ ਆ, ਐਨੀਥਿੰਗ। ਸੋ ਜਦੋਂ UK ਉਹ ਤੋਂ ਬਾਹਰ ਹੋਇਆ, ਇਹਨਾਂ ਲਈ ਬਹੁਤ ਔਖਾ ਸਮਾਂ ਸੀ, ਬਿਕੋਜ਼ ਉਸ ਤੋਂ ਬਾਅਦ ਉੱਥੇ ਲੇਬਰ ਕ੍ਰਾਈਸਿਸ ਬਹੁਤ ਹੋਏ। ਮਤਲਬ ਇੱਕ ਅਗਰ ਤੁਸੀਂ ਸੈਪਟੰਬਰ ਦੀਆਂ ਨਿਊਜ਼ ਫੋਲੋ ਕਰੋਗੇ, UK ਦੇ ਵਿੱਚ ਖਬਰ ਆਈ ਕਿ UK ਦੇ ਪੈਟਰੋਲ ਪੰਪਾਂ ਦਾ ਤੇਲ ਮੁੱਕ ਗਿਆ। ਸੋ ਬਹੁਤ ਮਤਲਬ ਇੰਟਰਨੈਸ਼ਨਲ ਮੀਡੀਆ 'ਚ ਬੜੀ ਖਬਰ ਛਾਈ। ਕਾਰਨ ਕੀ ਸੀ ਕਿ ਜਿੰਨੀ ਮੈਨ ਪਾਵਰ ਦੀ ਸਪਲਾਈ ਯੂਰਪੀਅਨ ਯੂਨੀਅਨ ਤੋਂ ਆਉਂਦੀ ਸੀ ਉਹ ਇਸ ਸਾਲ ਬੰਦ ਹੋ ਗਈ। ਸੋ ਜਿਹਦਾ ਕਰਕੇ ਉੱਥੇ ਲੇਬਰ ਕ੍ਰਾਈਸਿਸ ਹੋ ਗਏ, ਔਰ ਉਹਦੇ ਕਰਕੇ UK ਨੂੰ ਐਡੀਸ਼ਨਲੀ ਸੋਚਣਾ ਪਿਆ ਕਿ ਸਾਨੂੰ ਨਵੀਆਂ ਨੀਤੀਆਂ ਅਪਣਾਉਣੀਆਂ ਪੈਣੀਆਂ। ਇਹ ਉਹ ਮੁਲਕ ਆ ਜਿਹਨੇ ਇੱਕ ਵਾਰੀ ਮਤਲਬ ਪੂਰੀ ਦੁਨੀਆ ਤੇ ਰਾਜ ਕੀਤਾ, ਉਸ ਤੋਂ ਬਾਅਦ ਪੂਰੀ ਦੁਨੀਆ ਆਪ ਬਣਾਈ। ਸੋ ਤੁਸੀਂ ਅੱਜ ਵੀ ਅਗਰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕ ਵੇਖਦੇ ਹੋ, ਇਹ ਬੇਸਿਕਲੀ ਇਹਨਾਂ ਦੇ ਬਣਾਏ ਹੋਏ ਨੇ, ਐਂਡ ਦੇ ਨੈਵਰ ਵਾਂਟਡ ਕਿ ਲੋਕ ਇੱਥੇ ਆ ਕੇ ਸਾਡੇ ਕੋਲ ਵਸਣ। ਬਟ ਹੁਣ ਉਹ ਸਮਾਂ ਆ ਗਿਆ ਕਿ ਜਿਉਂਦੇ ਰਹਿਣ ਲਈ, ਇਕਨੋਮੀ ਨੂੰ ਚਲਾਉਣ ਲਈ ਜਿਸ ਰਫਤਾਰ ਦੀ ਲੋੜ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਨਾਲ ਪੂਰੀ ਹੁੰਦੀ ਹੈ। ਬਟ ਦਿਸ ਟਾਈਮ ਦੇ ਮੇਡ ਸ਼ੋਰ ਕਿ ਇਹਦੇ 'ਚ ਕੋਈ ਕਮੀ ਨਾ ਰਹਿ ਜੇ। ਸੋ 2-3 ਸਿਸਟਮਸ ਨੂੰ ਫੋਲੋ ਕੀਤਾ ਗਿਆ। ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹ ਕੈਨੇਡਾ ਤੋਂ ਕਾਪੀ ਕੀਤੀ ਗਈ ਹੈ। ਸੋ ਜਿਹੜਾ ਪੁਰਾਣਾ ਸਿਸਟਮ ਸੀਗਾ ਜਿਹਦੇ ਵਿੱਚ ਕਿ ਸਟੂਡੈਂਟਸ ਕਾਲਜ ਜਾਂਦੇ ਸੀ, ਕਾਲਜ ਬਲੈਕ ਲਿਸਟ ਹੁੰਦਾ ਸੀ, ਉਹਨੂੰ ਦਰਕਨਾਰ ਕਰ ਦਿੱਤਾ ਗਿਆ। ਸੋ UK ਹੁਣ ਸਦਾ ਲਈ ਆ। UK ਅਸੀਂ ਵੇਖਿਆ ਕਿ 2010 ਤੋਂ ਬਾਅਦ 20 ਤੱਕ UK ਬੰਦ ਹੀ ਰਿਹਾ, ਬਟ UK ਹੁਣ ਸਦਾ ਲਈ ਆ। ਸਦਾ ਲਈ ਕਿਉਂ ਆ? ਬਿਕੋਜ਼ ਤੁਸੀਂ 1200 ਸਾਲ ਪੁਰਾਣੀ ਯੂਨੀਵਰਸਿਟੀ 'ਚ ਪੜ੍ਹਦੇ ਹੋ, ਤੁਸੀਂ 1000 ਸਾਲ ਪੁਰਾਣੀ ਯੂਨੀਵਰਸਿਟੀ 'ਚ ਪੜ੍ਹਦੇ ਹੋ। ਆਮ ਯੂਨੀਵਰਸਿਟੀ 500 ਸਾਲ ਪੁਰਾਣੀ ਹੈ। ਤੁਸੀਂ ਸੋਚੋ ਕਿ ਅਗਰ ਐਜੂਕੇਸ਼ਨ ਇੰਸਟੀਟਿਊਸ਼ਨਸ ਦਾ ਦਰੋਮਦਾਰ ਇਦਾਂ ਦਾ ਆ ਤੇ ਉੱਥੇ ਪੜ੍ਹਨ ਵਾਲੇ ਬੱਚਿਆਂ ਦੀ ਉਦਾਹਰਨ ਕਿੱਦਾਂ ਦੀ ਹੋਏਗੀ। ਸੋ ਅਗਰ ਸਾਨੂੰ ਸਮਝ ਤਾਂ ਨਹੀਂ ਆਉਂਦੀ ਬਿਕੋਜ਼ ਅਸੀਂ ਹਾਲੇ ਤੱਕ UK ਯੂਨੀਵਰਸਿਟੀ ਦਾ ਗ੍ਰੈਜੂਏਟ ਨਹੀਂ ਵੇਖਿਆ, ਅਸੀਂ UK ਯੂਨੀਵਰਸਿਟੀ ਪਾਸ ਕੀਤਾ ਪਿਆ ਬੱਚਾ ਨਹੀਂ ਵੇਖਿਆ। ਬਿਕੋਜ਼ ਸਾਡੇ ਸਟੂਡੈਂਟਸ 20 'ਚ ਓਪਨ ਅਪ ਹੋਈਆਂ ਯੂਨੀਵਰਸਿਟੀਜ਼, ਉਸ ਤੋਂ ਬਾਅਦ ਅਸੀਂ ਉਸ ਪਾਸੇ ਨੂੰ ਜਾਂਦੇ ਹੀ ਨਹੀਂ ਵੇਖੇ। ਜੇ ਜਾਂਦੇ ਵੇਖੇ ਤਾਂ ਉਹ ਹਾਲੇ ਤੱਕ ਪਾਸ ਆਊਟ ਨਹੀਂ ਹੋਏ। ਸੋ ਇਸ ਸਮੇਂ ਦੀ ਜਿਹੜੀ ਐਜੂਕੇਸ਼ਨ ਆ, ਅੱਜ ਵੀ ਅਗਰ ਅਸੀਂ ਪੂਰੀ ਦੁਨੀਆ ਦੇ ਵਿੱਚ ਅਗਰ ਤੁਸੀਂ ਯੂਨੀਵਰਸਿਟੀ ਦਾ ਨਾਮ ਲੈਂਦੇ ਹੋ ਕਿ ਜਿਹੜੀ ਸਭ ਤੋਂ ਪ੍ਰੈਸਟੀਜੀਅਸ ਨੇ, ਤਾਂ ਤੁਹਾਨੂੰ ਅੱਜ ਵੀ ਆਕਸਫੋਰਡ, ਕੈਂਬਰਿਜ ਦਾ ਹੀ ਨਾਮ ਚੇਤੇ ਆਉਂਦੇ ਆ, ਜਿਹੜੀਆਂ ਬ੍ਰਿਟਿਸ਼ ਯੂਨੀਵਰਸਿਟੀਜ਼ ਨੇ। ਸੋ ਐਜੂਕੇਸ਼ਨ ਦੇ ਉੱਪਰ ਬਹੁਤ ਜ਼ਿਆਦਾ ਕੰਮ ਕੀਤਾ ਗਿਆ ਆ। ਆਪਣੇ UK ਨੇ ਆਪਣੇ ਸਮਾਜ ਦੇ ਉੱਪਰ ਬਹੁਤ ਕੰਮ ਕੀਤਾ ਆ, ਔਰ ਦਿਸ ਇਜ਼ ਬੈਸਟ ਪਲੇਸ ਟੂ ਲਿਵ ਇਨ। ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਸਕਸੈਸਫੁਲੀ ਪੈਸੇ ਕਮਾਉਂਦੇ ਹੋਏ ਸ਼ਾਨ ਨਾਲ ਰਹਿਣਾ ਚਾਹੁੰਦੇ ਹੋ ਤਾਂ ਇਸ ਤੋਂ ਬਿਹਤਰ ਸਮਾਜ ਨਹੀਂ ਹੋ ਸਕਦਾ। ਤਾਂ ਬਿਲਕੁਲ ਰਵਿੰਦਰ ਜੀ, ਜਿਵੇਂ ਹੁਣ ਕਿਹਾ ਵੀ UK ਦੀ ਦੌੜ ਤਾਂ ਲੱਗੀ ਹੋਈ ਆ। ਆਖਰ ਜਦੋਂ ਆਪਣੇ ਪੰਜਾਬੀ ਲੋਕ ਹੁੰਦੇ ਨਾ, ਇਹਨੂੰ ਪਹਿਲਾਂ ਜੇਬ ਦੇਖਦੀ ਹੁੰਦੀ ਆ ਵੀ ਅਸੀਂ ਜੇਬ ਚੋਂ ਕੱਢਣੇ ਕਿੰਨੇ ਗਾ, ਆਖਰ ਕਾਸਟ ਕਿੰਨੀ ਕੁ ਆਉਂਦੀ ਜੇ ਕਿਸੇ ਨੇ UK ਲਈ ਅਪਲਾਈ ਕਰਨਾ। ਕਾਲ ਤੋਂ ਬਾਅਦ ਇਹ ਤੇ ਚਰਚਾ ਜ਼ਰੂਰ ਕਰਦੇ ਹਾਂ। ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹੁਕਮ ਕਰੋ ਸਰ, ਕੀ ਜਾਣਕਾਰੀ ਚਾਹੀਦੀ? ਸਰ ਅਰਸ਼ਦੀਪ ਗੱਲ ਕਰ ਰਿਹਾ ਮੈਂ ਲੁਧਿਆਣੇ ਤੋਂ। ਜੀ ਅਰਸ਼ਦੀਪ ਜੀ। ਰਾਇਲ ਟਰੈਵਲਸ ਤੋਂ ਗੱਲ ਜੀ ਜੀ, ਰਾਇਲ ਟਰੈਵਲਸ ਤੋਂ ਬੋਲ ਰਹੇ ਸੀਗਾ BTC ਤੇ। ਜੀ ਜੀ। ਅੱਛਾ ਸਰ, ਮੈਂ ਨਾ ਆਪਣੀ ਪ੍ਰੋਫਾਈਲ ਬਾਰੇ ਡਿਸਕਸ ਕਰਨਾ ਸੀਗਾ ਜੀ। ਪੁੱਛੋ ਪੁੱਛੋ UK ਦੇ ਲਈ। ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਨਾ ਸਰ BA ਕੀਤੀ ਹੋਈ ਹੈ 2021 ਦੇ ਵਿੱਚ। ਠੀਕ ਹੈ ਜੀ। ਤੇ ਮੇਰੀ IELTS ਦੇ ਵਿੱਚ ਓਵਰਆਲ 6.5, ਲੇਕਿਨ ਇੱਕ ਮੋਡਿਊਲ 'ਚ ਮੇਰੇ 5.5 ਵੀ ਹੈਗੇ ਆ। ਕੋਈ ਦਿੱਕਤ ਨਹੀਂ। UK ਜਿਹੜਾ 5.5-6 ਵਾਲਾ ਫਾਰਮੂਲਾ ਹੈ ਸਿਰਫ ਕੈਨੇਡਾ ਦਾ ਆ, ਬਿਕੋਜ਼ ਕੈਨੇਡਾ ਡਿਮਾਂਡ ਐਂਡ ਸਪਲਾਈ ਦੀ ਇਕੁਏਸ਼ਨ 'ਚ ਉੱਪਰ ਹੈ। ਕੈਨੇਡਾ ਦੇ ਵਿੱਚ ਵੀ ਪਹਿਲਾਂ 5.5 ਦੇ ਉੱਪਰ ਵੀਜ਼ਾਸ ਆਉਂਦੇ ਸੀ। ਜਦੋਂ ਫਾਈਲਸ ਸਟਰਕ ਹੋ ਗਈਆਂ, ਜਿਨ੍ਹਾਂ ਨੂੰ ਰਿਫਿਊਜ਼ ਕਰਨਾ ਉਹਦੇ ਲਈ ਟਾਰਗੇਟ ਕੀਤਾ ਗਿਆ 5.5 ਵਾਲਿਆਂ ਨੂੰ। ਪੂਰੀ ਹੋਰ ਦੁਨੀਆ 'ਚ ਕਿਤੇ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ 5.5 ਦਾ। ਅਗਰ ਤੁਹਾਡੇ 6 ਬੈਂਡ ਨੇ, ਉਹਨੂੰ 6 ਹੀ ਮੰਨਿਆ ਜਾਂਦਾ ਆ। ਸੋ ਯੂ ਕੁਆਲੀਫਾਈ ਫॉर ਦਿਸ। ਸੋ ਤੁਹਾਡੇ ਕੋਲ 6.5 ਆ, ਲਾਈਕ ਦਿਸ ਇਜ਼ ਵੰਡਰਫੁਲ, ਵੈਰੀ ਗੁੱਡ, ਐਂਡ ਯੂ ਕੈਨ ਗੈਟ ਐਡਮਿਸ਼ਨ। ਕੋਈ ਦਿੱਕਤ ਨਹੀਂ ਹੈਗੀ। ਸਰ ਮੈਨੂੰ ਨਾ ਆਊਟਰ ਲੰਡਨ ਦੇ ਵਿੱਚ ਚਾਹੀਦੀ ਕੋਈ ਸਪੈਸੀਫਿਕਲੀ ਯੂਨੀਵਰਸਿਟੀ, ਮਿਲ ਸਕਦੀ ਹੈ? ਬਿਲਕੁਲ ਮਿਲ ਸਕਦੀਆਂ। ਲਾਈਕ ਤੁਹਾਡੇ ਕੋਲ ਵਿੰਚੈਸਟਰ ਹੈਗੀ ਆ, ਈਸਟ ਲੰਡਨ ਹੈਗੀ ਆ, ਇਸ ਟਾਈਮ BPP ਦੇ ਵਿੱਚ ਮਿਲ ਸਕਦੀ ਹੈ। ਸਾਡੇ ਕੋਲ ਬਹੁਤ ਸਾਰੀਆਂ ਡਰਬੀ ਦੇ ਵਿੱਚ ਹੈਗੀ ਹੈ ਪਲੇਸ। ਸੋ ਸੈਪਟੰਬਰ ਹਾਲੇ ਕਲੋਜ਼ ਨਹੀਂ ਹੋਇਆ, ਬਟ ਦਿਸ ਇਜ਼ ਗੋਇੰਗ ਟੂ ਕਲੋਜ਼ ਵੈਰੀ ਸੂਨ। ਸੋ ਸੈਪਟੰਬਰ ਦੀਆਂ ਲਾਸਟ ਐਡਮਿਸ਼ਨਸ ਚੱਲ ਰਹੀਆਂ ਨੇ। ਨੈਕਸਟ ਵੀਕ ਤੋਂ ਸ਼ਾਇਦ ਇਹਨਾਂ ਦੀ ਅਵੇਲੇਬਿਲਿਟੀ ਖਤਮ ਹੋ ਜਾਵੇ, ਬਿਕੋਜ਼ ਕੈਨੇਡਾ ਦੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਰਿਫਿਊਜ਼ ਹੋਏ ਨੇ, ਜਾਂ ਜਿਹੜੇ ਨਵੇਂ ਸਟੂਡੈਂਟਸ ਜਿਨ੍ਹਾਂ ਨੂੰ ਐਕਚੁਅਲੀ ਪਤਾ ਆ, ਉਹ ਇਸ ਟਾਈਮ ਸੀਟਸ ਦੀ ਪ੍ਰੋਬਲਮ UK ਦੇ ਵਿੱਚ ਵੀ ਆਉਣ ਲੱਗ ਪਈ ਹੈ। ਔਰ UK ਦੀ ਯੂਨੀਵਰਸਿਟੀਜ਼ ਬਿਕੋਜ਼ ਸਰਕਾਰੀ ਯੂਨੀਵਰਸਿਟੀਜ਼ ਆ, ਇਹ ਟਾਈਮ ਵੀ ਲਾਉਂਦੀਆਂ ਨੇ। ਇਹ ਬਹੁਤ ਇੰਸਟੈਂਟਲੀ ਤੈਨੂੰ ਫਟਾਫਟ ਕਰਕੇ ਆਫਰਸ ਨਹੀਂ ਦਿੰਦੀਆਂ। ਸੋ ਸਟੂਡੈਂਟ ਦੀ ਐਲੀਜੀਬਿਲਿਟੀ ਚੈੱਕ ਹੁੰਦੀ ਹੈ। ਬਟ ਇਸ ਸਮੇਂ ਦੇ ਵਿੱਚ ਦੇਅਰ ਆਰ ਮੈਨੀ ਯੂਨੀਵਰਸਿਟੀਜ਼ ਜਿਹੜੀਆਂ ਇਸ ਪ੍ਰੋਫਾਈਲ ਦੇ ਉੱਪਰ ਬਿਨਾਂ ਇੰਟਰਵਿਊ ਤੋਂ ਤੁਹਾਨੂੰ ਕੈਸ਼ ਲੈਟਰ ਮਿਲ ਜਾਏਗਾ। ਔਰ ਇਸ ਸਮੇਂ ਦੇ ਵਿੱਚ ਕਿਸੇ ਵੀ ਸਟੂਡੈਂਟ ਦੀ ਅੰਬੈਸੀ ਤੋਂ ਇੰਟਰਵਿਊ ਨਹੀਂ ਆਈ, ਬਿਕੋਜ਼ ਅਸੀਂ ਆਲਮੋਸਟ ਪਿਛਲੇ ਜਿਹੜਾ ਇਸ ਸਾਲ ਦੇ ਸਾਰਾ ਸਾਲ ਦੇ ਵਿੱਚ ਇੱਕ ਵੀ ਬੱਚੇ ਦੀ ਰਿਫਿਊਜ਼ਲ ਜਾਂ ਇੱਕ ਵੀ ਬੱਚੇ ਦੀ ਜਿਹੜੀ ਇਹ ਇੰਟਰਵਿਊ ਨਹੀਂ ਵੇਖੀ। ਸੋ UK ਇਜ਼ ਅਸੈਪਟਿੰਗ ਵਿਦ ਓਪਨ ਹਾਰਟ। ਸੋ ਇਹਦਾ ਫਾਇਦਾ ਲੈ ਸਕਦੇ ਹੋ।
जी सर। ਆਪਣੇ ਡਾਕੂਮੈਂਟ WhatsApp ਕਰ ਦਿਓ, ਵਿਲ ਗੈਟ ਬੈਕ ਟੂ ਯੂ। राइट सर। ਓਕੇ, ਥੈਂਕ ਯੂ। ਤਾਂ ਤੁਸੀਂ ਵੀ ਥੱਲੇ ਸਕਰੀਨ ਦੇ ਆ ਰਹੇ ਨੰਬਰਾਂ ਦੇ ਉੱਪਰ ਕਾਲ ਕਰਕੇ ਜੇ ਕੋਈ ਇਨਕੁਆਇਰੀ ਲੈਣੀ ਹੈ ਤਾਂ ਤੁਸੀਂ ਰਾਇਲ ਟਰੈਵਲਸ ਤੋਂ ਲੈ ਸਕਦੇ ਹੋ। ਜਿਵੇਂ ਸਰ ਆਪਾਂ ਕੋਸਟ ਦਾ ਸਵਾਲ ਕੀਤਾ ਸੀ ਵੀ ਆਖਰ ਕਿੰਨੀ ਕੁ ਕੋਸਟ ਆਉਂਦੀ ਜੇ ਕਿਸੇ ਨੇ ਨਾਰਮਲੀ ਯੂਕੇ ਦੀ ਯੂਨੀਵਰਸਿਟੀ ਜਿਹੜੀ ਫੀਸ ਹੈ ਉਹ ਲਗਭਗ 9,000 ਪਾਉਂਡ ਤੋਂ ਸਟਾਰਟ ਹੁੰਦੀ ਹੈ ਔਰ 15-16,000 ਪਾਉਂਡ ਤੱਕ ਹੈ। ਸੋ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਗਰ ਤੁਹਾਡੀ 14-15,000 ਪਾਉਂਡ ਫੀਸ ਹੋਏਗੀ ਉਹਦੇ ਵਿੱਚੋਂ ਤੈਨੂੰ 3-4,000 ਪਾਉਂਡ ਦੀ ਸਕਾਲਰਸ਼ਿਪ ਮਿਲ ਜਾਂਦੀ ਹੈ। ਸੋ ਔਨ ਐਨ ਐਵਰੇਜ ਜਿਹੜੀ 10-12 ਲੱਖ ਦੇ ਕਰੀਬ ਤੁਹਾਡੀ ਐਨੂਅਲ ਫੀਸ ਹੁੰਦੀ ਹੈ। ਸੋ ਇਹਦੇ ਵਿੱਚੋਂ ਤੁਸੀਂ ਲਗਭਗ ਅੱਧੀ ਕੁ ਫੀਸ ਦੇ ਕੇ ਯੂਕੇ ਜਾ ਸਕਦੇ ਹੋ। ਤਾਂ ਸਰ ਲਾਸਟ ਤੇ ਮੈਂ ਕਹਿੰਦਾ ਹੁਣ USA ਨੂੰ ਵੀ ਛੇੜ ਹੀ ਲਈਏ। ਆਖਰ ਜੇ ਕਿਸੇ ਨੇ USA ਦਾ ਅਪਲਾਈ ਕਰਨਾ ਤਾਂ ਉਹ ਕਿਵੇਂ ਕਰ ਸਕਦਾ ਔਰ ਕਿਹੜਾ ਜਿਹੜਾ ਰਾਸਤਾ ਉਹ ਬੈਸਟ ਹੈ? ਦੇਖੋ USA ਵੀ ਇਸ ਸਮੇਂ ਦੇ ਵਿੱਚ ਸਟੂਡੈਂਟਸ ਲਈ ਜਿਹੜੇ ਸਲੋਟਸ ਖੋਲੇ ਨੇ, US ਦੀ ਐਮਬੈਸੀ ਬਹੁਤ ਜ਼ਿਆਦਾ ਐਕਟਿਵ ਨਹੀਂ ਹੈਗੀ। ਸੋ US ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੈਟਾਗਰੀਜ਼ ਨੂੰ ਬ੍ਰੇਕ ਲੱਗੀ ਹੈ, ਬਟ US ਦੇ ਵਿੱਚ F ਕੈਟਾਗਰੀ, J ਕੈਟਾਗਰੀ ਤੇ M ਕੈਟਾਗਰੀ ਇਹ ਓਪਨ ਨੇ। ਸੋ ਤਿੰਨੇ ਕੈਟਾਗਰੀ ਸਟੂਡੈਂਟਸ ਦੇ ਲਾਈਕ ਜਿਹੜਾ ਜਾਂ ਕੋਈ ਇੰਟਰਨਲੀ ਜਾਣਾ ਚਾਹਵੇ ਜਾਂ ਕੋਈ ਸ਼ਾਰਟ ਪ੍ਰੋਗਰਾਮ ਦੇ ਲਈ ਜਾਣਾ ਚਾਹਵੇ, ਬਟ ਜਿਹੜਾ ਸਭ ਤੋਂ ਵੱਧ ਪ੍ਰੈਫਰਡ ਆ ਉਹ F1 ਵੀਜ਼ਾ ਆ। F1 ਦੇ ਨਾਲ ਹੀ F2 ਕੰਬਾਈਨ ਕੀਤਾ ਜਾ ਸਕਦਾ। ਸੋ ਦੋਨੋਂ ਸਟੂਡੈਂਟ ਇਕੱਠੇ ਅਪੀਅਰ ਹੋ ਸਕਦੇ ਆ। ਔਰ ਇਸ ਐਮਬੈਸੀ ਦਾ ਇੱਕ ਵਾਧਾ ਆ, ਸਾਡੇ ਕੋਲ ਹਰ ਕੰਟਰੀ ਦਾ ਕ੍ਰਾਈਟੇਰੀਆ ਆ। ਸਾਡੇ ਕੋਲ ਕੈਨੇਡਾ 6 ਈਚ ਵਾਲਾ ਆ। UK ਦੇ ਵਿੱਚ ਵੀ ਸਾਡੇ ਕੋਲ ਪਰਸੈਂਟੇਜ ਆ ਕਿ ਤੁਹਾਡੇ ਕੋਲ 55% ਤੋਂ ਥੱਲੇ ਅਗਰ ਗ੍ਰੈਜੂਏਸ਼ਨ ਦੇ ਨੰਬਰ ਆ ਤਾਂ ਸਟਿਲ ਅਸੀਂ ਸਟਰਕ ਹੁੰਦੇ ਆ। US ਦੇ ਵਿੱਚ ਇਹ ਕ੍ਰਾਈਟੇਰੀਆ ਨਹੀਂ ਹੈਗਾ। US ਵਿੱਚ ਇਕਲੌਤਾ ਕ੍ਰਾਈਟੇਰੀਆ ਆ ਅਗਰ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਅੰਗਰੇਜ਼ੀ ਵਿੱਚ। ਇਫ ਯੂ ਕੈਨ ਕਮਿਊਨੀਕੇਟ, ਇਫ ਯੂ ਕੈਨ ਟਾਕ, ਇਫ ਯੂ ਕੈਨ ਲਾਈਕ ਕਨਵਰਸੇਸ਼ਨ ਤੁਹਾਡੀ ਜਿਹੜੀ ਉਹਦਾ ਮੀਡੀਅਮ ਜਿਹੜਾ ਇੰਗਲਿਸ਼ ਹੈਗਾ ਹੈ, ਤੇ ਤੁਸੀਂ ਇਹ ਵੀਜ਼ਾ ਬਹੁਤ ਆਸਾਨੀ ਨਾਲ ਲੈ ਸਕਦੇ ਹੋ। ਸੋ ਵੀਜ਼ਾ ਆਫਿਸਰ ਤੁਹਾਨੂੰ ਵੀਜ਼ਾ ਦਊਗਾ ਕਿਉਂ, ਵੀਜ਼ਾ ਆਫਿਸਰ ਤੁਹਾਡਾ ਵੀਜ਼ਾ ਮਨਾ ਕਿਉਂ ਕਰੂਗਾ, ਇਹਦਾ ਇੱਕ ਪ੍ਰੋਪਰ ਸਾਡੇ ਕੋਲ ਇੰਟੈਗ੍ਰੇਟਿਡ ਪ੍ਰੋਗਰਾਮ ਆ ਜਿਹੜਾ ਅਸੀਂ ਟ੍ਰੇਨਿੰਗ ਦਾ ਹਿੱਸਾ ਆ ਸਾਡੇ ਦਾ। ਸੋ ਉਹਦੇ 'ਚ ਅਸੀਂ ਸਟੂਡੈਂਟਸ ਨੂੰ ਟ੍ਰੇਨ ਕਰਦੇ ਹਾਂ ਔਰ ਸਟੂਡੈਂਟਸ ਅਗਰ ਉਹ ਸੀਰੀਅਸਲੀ ਉਸ ਪ੍ਰੋਗਰਾਮ ਦਾ ਹਿੱਸਾ ਬਣ ਜਾਣ ਤੇ ਇਹ ਵੀਜ਼ਾ ਲੈਣਾ ਸਭ ਤੋਂ ਸੌਖੇ ਵੀਜ਼ਿਆਂ ਵਿੱਚੋਂ ਆ, ਬਿਕੋਜ਼ ਤੁਹਾਡੇ ਪ੍ਰੋਫਾਈਲਸ ਦੇ ਅਕੋਰਡਿੰਗ ਨਹੀਂ ਇਹ ਵੀਜ਼ਾ ਤੁਸੀਂ ਗੱਲੀ ਬਾਤੀ ਲੈ ਸਕਦੇ ਹੋ। ਸਰ ਵਿੰਦਰਪਾਲ ਜੀ, ਜਿਵੇਂ ਹੁਣ ਇਸ ਟਾਈਮ ਅਪਾਇੰਟਮੈਂਟ ਜਿਹੜੀਆਂ ਉਹ ਕੋਈ ਕਹਿੰਦਾ ਪੇਡ ਹੈ ਜਾਂ ਬਹੁਤ ਔਖੀਆਂ ਮਿਲਦੀਆਂ ਨੇ, ਉਹ USA ਦੀਆਂ ਕੀ ਕਹਾਣੀ ਕੀ ਉਹਦੀ? ਦੇਖੋ ਅਮਰੀਕਾ ਐਮਬੈਸੀ 'ਚ ਕੋਈ ਪੇਡ ਅਪਾਇੰਟਮੈਂਟਸ ਨਹੀਂ ਹੈਗੀਆਂ। ਸੋ ਸਾਡੇ ਸਾਰੇ ਸਟੂਡੈਂਟਸ ਲਈ ਫ੍ਰੀ ਅਪਾਇੰਟਮੈਂਟਸ ਹੈ। ਅਗਰ ਤੁਹਾਡੇ ਕੋਲ ਤੁਹਾਡਾ ਏਜੰਟ ਜਾਂ ਤੁਹਾਡਾ ਕੋਈ ਕੰਸਲਟੈਂਟ ਤੁਹਾਡੇ ਕੋਲ ਇਹਦੇ ਲਈ ਪੈਸੇ ਮੰਗ ਰਿਹਾ ਤੇ ਉਹ ਗਲਤ ਹੈ। ਸੋ ਫ੍ਰੀ ਅਪਾਇੰਟਮੈਂਟਸ ਨੇ, ਅਬੰਡੈਂਸ ਅਵੇਲੇਬਿਲਿਟੀ ਹੈ ਇਹਨਾਂ ਦੀ। ਸੋ US ਦੇ ਵਿੱਚ ਕਦੀ ਵੀ ਇਹੋ ਜਿਹੀ ਪਾਲਿਸੀਜ਼ ਨਹੀਂ ਹੁੰਦੀਆਂ ਕਿ ਜਿਹਦੇ ਤੁਹਾਨੂੰ ਪੈਸੇ ਦੇ ਕੇ ਕੋਈ ਚੀਜ਼ਾਂ ਲੈਣੀਆਂ ਪੈਣ, ਬਿਕੋਜ਼ ਸਭ ਤੋਂ ਵੱਧ ਟਰਾਂਸਪੇਰੈਂਟ ਸਿਸਟਮ USA ਦਾ ਹੈ। ਤਾਂ ਬਿਲਕੁਲ ਜੀ, ਸਵਾਲ ਤਾਂ ਹੋਰ ਬਹੁਤ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਅਰਵਿੰਦਰਪਾਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਸਟੂਡੈਂਟ ਨੂੰ ਚੰਗੇ ਰਾਹ ਪਾਇਆ। ਕਿਉਂਕਿ ਹਮੇਸ਼ਾ ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਬੰਦੇ ਦਾ ਤਜਰਬਾ ਹੈਗਾ, ਆਖਿਰ ਤੁਸੀਂ 1999 ਤੋਂ ਸ਼ੁਰੂ ਕੀਤੀ, 22-23 ਸਾਲ ਦਾ ਤਜਰਬਾ ਸੀ, ਉਹ ਤਜਰਬਾ ਆਉਣ ਵਾਲੇ ਭਵਿੱਖ ਜਿਹੜੇ ਬੱਚੇ ਨੇ ਉਹਨਾਂ ਦੇ ਕਿਸੇ ਕੰਮ ਆਊਗਾ। ਸੋ ਜੇ ਤੁਹਾਨੂੰ ਇਹਨਾਂ ਦੀਆਂ ਗੱਲਾਂ ਵਧੀਆ ਲੱਗੀਆਂ ਨੇ ਜਾਂ ਇਹਨਾਂ ਦਾ ਕੰਮ ਸਹੀ ਲੱਗਾ ਤਾਂ ਤੁਸੀਂ ਸਾਡੇ ਜਿਹੜੇ ਹੈਲਪਲਾਈਨ ਨੰਬਰ ਦਿੱਤਾ ਹੋਇਆ ਉਹਤੇ ਕਾਲ ਕਰਕੇ ਕੋਈ ਵੀ ਕੁਆਰੀ ਹੈ ਜੇ ਤੁਸੀਂ ਲੈਣੀ ਹੈ ਤਾਂ ਲੈ ਸਕਦੇ। ਜੇ ਕਿਸੇ ਨੇ ਕੈਨੇਡਾ ਦੀ ਲੈਣੀ ਹੈ ਜਾਂ USA ਜਾਂ UK ਦੀ, ਉਹ ਤੁਸੀਂ ਕਰ ਸਕਦੇ ਹੋ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।